ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਮੌਸਮ ਸਥਿਰ ਰਿਹਾ, ਗਰਮ ਵੀ ਰਿਹਾ। ਦਿਨ ਦੇ ਵੇਲੇ ਧੁੱਪ ਨਿਕਲੀ ਆ, ਰਾਤ ਦੇ ਵੇਲੇ ਠੰਡ ਰਹੀ ਹੈ ਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਇਹ ਕੀਤੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਕਿਤੇ ਸੰਭਾਵਨਾ ਨਹੀਂ। ਦਿਨੇ ਧੁੱਪ ਇਵੇਂ ਹੀ ਨਿਕਲਣੀ ਆ, ਬੱਦਲਵਾਈ ਦੀ ਕੋਈ ਸੰਭਾਵਨਾ ਪ੍ਰਗਟਾਈ ਨਹੀਂ ਗਈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਇਹ ਹੈ ਕਿ ਪੰਜਾਬ ਦੇ ਵਿੱਚੋਂ ਕਰੋਨਾ ਦੇ ਕੇਸ ਲਗਾਤਾਰ ਘਟ ਰਹੇ ਆ। ਅੱਜ ਪੰਜਾਬ ਦੇ ਵਿੱਚ ਲਗਭਗ 526 ਕੇਸ ਨਵੇਂ ਸਾਹਮਣੇ ਆਏ ਆ। 26 ਜਣਿਆਂ ਦੀ ਪੰਜਾਬ ਦੇ ਵਿੱਚ ਮੌਤ ਹੋਈ ਹੈ। ਪਰ ਇੱਕ ਇਹੋ ਜਿਹਾ ਵੇਲਾ ਵੀ ਸੀ ਜਦੋਂ ਪੰਜਾਬ ਦੇ ਵਿੱਚ ਹਰ ਰੋਜ਼ 2200, ਕਦੇ 1800, ਕਦੇ 2300 ਨਵਾਂ ਕੇਸ ਸਾਹਮਣੇ ਆਉਂਦਾ ਸੀ। ਇੱਕ ਵੇਲਾ ਇਹੋ ਜਿਹਾ ਵੀ ਸੀ ਜਦੋਂ ਪੰਜਾਬ ਦੇ ਵਿੱਚ 107 ਮੌਤਾਂ 24 ਘੰਟੇ 'ਚ ਹੁੰਦੀਆਂ ਸੀ ਤੇ ਹੁਣ ਉਹ ਮੌਤਾਂ ਦੀ ਗਿਣਤੀ ਵੀ ਘਟੀ ਹੈ ਤੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਹੈ ਤੇ ਇਹਤਿਆਤ ਦੀ ਵਰਤੋਂ ਕਰਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਹੁਣ ਥੋੜ੍ਹੀ ਜਿਹੀ ਅਣਗਹਿਲੀ ਵੀ ਵੱਧ ਗਈ ਹੈ। ਤੁਸੀਂ ਕਿਸੇ ਵੀ ਸੜਕ ਦੇ ਉੱਤੇ ਦੇਖੋ, ਕਿਸੇ ਬਾਜ਼ਾਰ ਦੇ ਵਿੱਚ ਦੇਖੋ, ਕਿਸੇ ਧਾਰਮਿਕ ਥਾਂ 'ਤੇ ਦੇਖੋ, ਕਿਸੇ ਬੱਸ ਅੱਡੇ ਦੇ ਵਿੱਚ ਜਾ ਕੇ ਦੇਖੋ, ਹੁਣ ਲੋਕ ਆ ਜਿਹੜੇ ਉਹ ਮਾਸਕ ਦੀ ਵਰਤੋਂ ਕਈ ਵਾਰ ਅਣਗਹਿਲੀ ਕਰਕੇ ਨਹੀਂ ਵੀ ਕਰਦੇ। ਪਰ ਜਾਨ ਹੈ ਤਾਂ ਜਹਾਨ ਹੈ। ਆਪਾਂ ਉਵੇਂ ਨਹੀਂ ਮੋੜ ਕੇ ਲਿਆਉਣਾ ਕਰੋਨਾ, ਜਿਵੇਂ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚ, ਬਰੈਂਪਟਨ ਦੇ ਵਿੱਚ ਫਿਰ ਉੱਥੇ ਕੇਸ ਉੱਭਰ ਕੇ ਸਾਹਮਣੇ ਆਉਣ ਲੱਗ ਪਏ ਪਹਿਲਾਂ ਵਾਂਗੂ। ਤੇ ਇਸ ਕਰਕੇ ਪੰਜਾਬ ਦੇ ਵਿੱਚੋਂ ਕਰੋਨਾ ਮੁੱਕ ਜਾਵੇ, ਦੇਸ਼ ਦੇ ਵਿੱਚੋਂ ਕਰੋਨਾ ਮੁੱਕ ਜਾਵੇ, ਇਹਦੀ ਅਸੀਂ ਕਾਮਨਾ ਕਰਦੇ ਤੇ ਸਾਰੇ ਲੋਕ ਤੰਦਰੁਸਤ ਵੀ ਰਹਿਣ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਅੱਜ ਦੀ ਮੀਟਿੰਗ ਦੇ ਨਾਲ ਸੰਬੰਧਿਤ ਹੈ। ਚੰਡੀਗੜ੍ਹ ਦੇ ਵਿੱਚ ਅੱਜ 29 ਕਿਸਾਨ ਜਥੇਬੰਦੀਆਂ ਦੇ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੀ ਸਰਕਾਰ ਤੇ ਬਾਕੀ ਰਾਜਨੀਤਿਕ ਪਾਰਟੀਆਂ ਸਾਡੇ ਇਸ ਅੰਦੋਲਨ ਦੇ ਮੂਹਰੇ ਝੁਕੀਆਂ। ਇਹ ਸਾਡੀ ਤਾਕਤ ਦਾ ਇੱਕ ਸਿੱਟਾ, ਸਾਡੀ ਏਕਤਾ ਜਿਹੜੀ ਉਹ ਜ਼ਿੰਦਾਬਾਦ ਹੈ। ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਆਪਣਾ ਹਰਖ ਮੱਠਾ ਨਹੀਂ ਪਾਇਆ। ਕੇਂਦਰ ਦੀ ਸਰਕਾਰ ਦੇ ਵੱਲੋਂ ਜੋ ਕੁਝ ਕੀਤਾ ਗਿਆ ਇਹ ਬਹੁਤ ਧੱਕੇ ਵਾਲੀ ਗੱਲ ਹੈ ਤੇ ਅਸੀਂ ਬੀਜੇਪੀ ਦੇ ਨੇਤਾਵਾਂ ਦਾ ਘਿਰਾਓ ਇਵੇਂ ਹੀ ਜਾਰੀ ਰੱਖਾਂਗੇ ਜਿਵੇਂ ਕਿ ਇਸ ਵਕਤ ਚੱਲ ਰਿਹਾ। ਅਸੀਂ ਰਿਲਾਇੰਸ ਪੈਟਰੋਲ ਪੰਪਾਂ ਦੇ ਮੂਹਰੇ ਵੀ ਇਵੇਂ ਧਰਨੇ ਦੇਣੇ ਆ। ਅਸੀਂ ਟੋਲ ਪਲਾਜ਼ਾ ਦੇ ਉੱਤੇ ਵੀ ਇਵੇਂ ਜਾ ਕੇ ਧਰਨੇ ਦੇਣੇ ਆ। ਉਹਨਾਂ ਨੂੰ ਪੈਸੇ ਨਹੀਂ ਲੈਣ ਦੇਣੇ ਲੋਕਾਂ ਨੂੰ ਆਪਣਾ ਵਹੀਕਲ ਲੰਘਾਉਣ ਦੇ ਲਈ। ਅਸੀਂ ਜਿਹੜੇ ਰਿਲਾਇੰਸ ਦੇ ਸ਼ੋਅਰੂਮ ਆ ਉੱਥੇ ਜਾ ਕੇ ਵੀ ਇਵੇਂ ਬੈਠਣਾ। ਪਰ ਇਹ ਗੱਲ ਕਹੀ ਗਈ ਆ ਕਿ ਮਾਲ ਗੱਡੀਆਂ ਲੰਘਾਉਣ ਦੀ ਖਾਤਰ ਅਸੀਂ ਰੇਲ ਦੀਆਂ ਪਟੜੀਆਂ ਤੋਂ ਆਪਣੇ ਧਰਨੇ ਚੱਕ ਲੈਣੇ ਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਚਰਚਾ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਘੁੱਪ ਹਨੇਰਾ ਛਾ ਜਾਣਾ, ਕੋਲੇ ਦੀ ਕਿੱਲਤ ਬਹੁਤ ਹੈ। ਪਤਾ ਨਹੀਂ ਕੋਲੇ ਦੀ ਕਿੱਲਤ ਹੈ ਵੀ ਜਾਂ ਇੱਕ ਬਹਾਨਾ ਜਿਹਾ ਬਣਾਇਆ ਗਿਆ, ਕਿਉਂਕਿ ਸਰਕਾਰ ਨੇ ਇਹ ਗੱਲ ਕਹੀ ਤੇ ਜਥੇਬੰਦੀਆਂ ਨੇ ਇਹ ਗੱਲ ਮੰਨ ਲਈ ਹੈ। ਫਿਰ ਉਹ ਕਹਿੰਦੇ ਸੀ ਸਰਕਾਰੀ ਨੁਮਾਇੰਦੇ ਵੀ ਭਾਈ ਸਾਡੇ ਕੋਲ DAP ਵੀ ਹੈ ਨਹੀਂ, ਸਾਡੇ ਕੋਲ ਯੂਰੀਆ ਦੀ ਵੀ ਬਹੁਤ ਵੱਡੀ ਕਿੱਲਤ ਹੈ, ਇਹ ਫਸਲ ਕਣਕ ਦੀ ਪਛੇਤੀ ਪੈ ਸਕਦੀ ਹੈ। ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਅੱਜ 29 ਕਿਸਾਨ ਜਥੇਬੰਦੀਆਂ ਨੇ ਇੱਕ ਸੁਰ ਹੁੰਦੇ ਕਿਹਾ ਬਈ ਮਾਲ ਗੱਡੀਆਂ 5 ਨਵੰਬਰ ਤੱਕ ਲੰਘਣ ਦੀ ਆਗਿਆ ਦਿੰਦੇ ਆ। 4 ਤਰੀਕ ਨੂੰ ਇੱਕ ਵਾਰ ਫਿਰ ਮੀਟਿੰਗ ਹੋ ਗਈ, ਯਾਨੀ ਕਿ ਨਵੰਬਰ ਨੂੰ 4 ਨੂੰ, ਤੇ ਉਸ ਤੋਂ ਬਾਅਦ ਅਗਲੀ ਰੂਪਰੇਖਾ ਉਲੀਕੀ ਜਾਊਗੀ। ਪਰ ਜਿਸ ਤਰੀਕੇ ਦੇ ਨਾਲ ਅੱਜ ਹੌਸਲੇ ਬੁਲੰਦ ਸੀ ਕਿਸਾਨ ਜਥੇਬੰਦੀਆਂ ਦੇ, ਰਸ਼ਕ ਹੋਇਆ ਉਹਨਾਂ ਦੇ ਵੱਲ ਦੇਖ ਕੇ ਕਿ ਉਹਨਾਂ ਦੇ ਵੱਲੋਂ ਆਪਣਾ ਹੌਸਲਾ ਪਸਤ ਨਹੀਂ ਹੋਣ ਦਿੱਤਾ ਗਿਆ। ਉਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਗਾ ਵੀ ਭਾਈ ਸਾਡਾ ਸਮਾਂ ਜਿਹੜਾ ਉਹ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਜਾ ਰਿਹਾ। ਉਹਨਾਂ ਨੂੰ ਇਸ ਗੱਲ ਦਾ ਫਿਕਰ ਆ ਕਿ ਅਸੀਂ ਪੰਜਾਬ ਦੇ ਖੇਤ ਕਿਵੇਂ ਬਚਾਉਣੇ ਆ ਤੇ ਜਿਹੜੇ ਵੀ ਲੋਕ ਇੰਨੀ ਦ੍ਰਿੜਤਾ ਦੇ ਨਾਲ ਲੱਗੇ ਹੋਏ ਆ ਉਹਨਾਂ ਦਾ ਸਿੱਟਾ ਨਤੀਜਾ ਵਧੀਆ ਨਿਕਲੇ, ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ। ਪਰ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਗਏ ਆ ਲੰਘੇ ਕੱਲ੍ਹ ਵਿਧਾਨ ਸਭਾ ਦੇ ਵਿੱਚ, ਇਹਦੇ ਉੱਤੇ ਚੁੰਝ ਚਰਚਾ ਛਿੜੀ ਹੋਈ ਹੈ ਕਿਉਂਕਿ ਇਹ ਅੱਧੇ ਅਧੂਰੇ ਬਿੱਲ ਆ। ਇਹਨਾਂ ਬਿੱਲਾਂ ਦੇ ਵਿੱਚ ਕੋਈ ਬਹੁਤੀ ਕਿਸਾਨ ਪੱਖੀ ਗੱਲ ਨਜ਼ਰ ਆ ਨਹੀਂ ਰਹੀ। ਹਾਲਾਂਕਿ ਇਹ ਵੀ ਗੱਲ ਵਿੱਚ ਲਿਖੀ ਗਈ ਹੈ ਕਿ 2.5 ਏਕੜ ਤੋਂ ਘੱਟ ਜ਼ਮੀਨ ਦਾ ਮਾਲਕ ਆ ਜਿਹੜਾ ਉਹਦੀ ਜ਼ਮੀਨ ਕੁਰਕ ਨਹੀਂ ਕੀਤੀ ਜਾਊਗੀ। ਸਮਰਥਨ ਮੁੱਲ ਤੋਂ ਜਿਹੜਾ ਘੱਟ ਮੁੱਲ ਦੇ ਉੱਤੇ ਫਸਲ ਖਰੀਦੂਗਾ ਤੇ ਉਹਦੀ ਜਿਹੜੀ ਆ ਉਹ 3 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋਊਗੀ। ਸੋ ਇਹੋ ਜਿਹੀਆਂ 2-4 ਗੱਲਾਂ ਕੀਤੀਆਂ, ਪਰ ਜਿਹੜਾ ਮਸਲਾ ਉਹ ਓਡੇ ਦਾ ਓਡਾ ਹੀ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਬਿੱਲ ਦੇ ਉੱਤੇ ਜੇਕਰ ਰਾਜਪਾਲ ਦੇ ਵੱਲੋਂ ਸਾਈਨ ਨਹੀਂ ਕੀਤੇ ਜਾਂਦੇ, ਜੇਕਰ ਉਹਦੇ 'ਤੇ ਕੋਈ ਅਮਲ ਨਹੀਂ ਹੁੰਦਾ ਤਾਂ ਫਿਰ ਇਹ ਬਿੱਲ ਪਾਸ ਕੀਤੇ ਤੇ ਨਾ ਕੀਤੇ ਇੱਕ ਬਰਾਬਰ ਹੈ। ਪਰ ਹਾਂ, ਇਹ ਗੱਲ ਜ਼ਰੂਰ ਹੈ ਵੀ ਇਹਨਾਂ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਇੱਕ ਸੁਨੇਹਾ ਜ਼ਰੂਰ ਗਿਆ ਪੂਰੇ ਭਾਰਤ ਦੇ ਵਿੱਚ ਕਿ ਪੰਜਾਬ ਦੀ ਸਰਕਾਰ ਤੇ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ, ਪੰਜਾਬ ਦੇ ਖੇਤ ਮਜ਼ਦੂਰ ਤੇ ਪੰਜਾਬ ਦੇ ਕਿਸਾਨ ਇੱਕ ਆ ਤੇ ਬਾਕੀ ਸੂਬੇ ਵੀ ਸ਼ਾਇਦ ਮਾੜੀ ਮੋਟੀ ਇਸ ਪਾਸੇ ਨੂੰ ਆਪਣੀ ਗੱਲ ਤੋਰਨ। ਹੁਣ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਿਆਣੇ ਦੇ ਵਿੱਚ ਵੀ ਇਹ ਕੁਝ ਹੋਣਾ ਚਾਹੀਦਾ ਤੇ ਦਿੱਲੀ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਮਤਾ ਪਾਸ ਕਰਨਾ ਚਾਹੀਦਾ, ਬਿੱਲ ਪਾਸ ਕਰਨਾ ਚਾਹੀਦਾ। ਪਤਾ ਨਹੀਂ ਕਿਹੜੀ ਸਰਕਾਰ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਪਰ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਐਲਾਨਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੰਜਾਬ ਕਿਸਾਨ ਭਵਨ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਪ੍ਰਧਾਨਗੀ ਵਿੱਚ ਹੋਈ ਹੈ। ਮੀਟਿੰਗ ਤੋਂ ਬਾਅਦ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ
ਕਿ ਜਥੇਬੰਦੀਆਂ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨਾਂ ਨੂੰ ਕਿਸਾਨ ਅੰਦੋਲਨ ਦੀ ਅੰਸ਼ਕ ਜਿੱਤ ਕਰਾਰ ਦਿੱਤਾ ਹੈ। ਭਾਵੇਂ ਕਿ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਜਥੇਬੰਦੀਆਂ ਦੀ ਆਸ ਮੁਤਾਬਕ ਨਹੀਂ, ਪਰ ਜਿੰਨਾ ਵੀ ਹੋਇਆ ਉਸ ਦਾ ਸਵਾਗਤ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ ਕਿ ਕਿਸਾਨ ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਨੂੰ 3 ਦਿਨ ਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣਾ ਪਿਆ। ਇਸੇ ਸੰਘਰਸ਼ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ੀਰੀ ਤੋਂ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਤੇ ਫਿਰ ਅਕਾਲੀ ਦਲ ਨੂੰ ਐਨਡੀਏ ਦੇ ਵਿੱਚੋਂ ਬਾਹਰ ਆਉਣ ਵਾਸਤੇ ਮਜਬੂਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬਿੱਲਾਂ ਦੇ ਵਿੱਚ ਅਨੇਕਾਂ ਖਾਮੀਆਂ ਨੇ, ਪਰ ਜਿਸ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਧਿਰਾਂ ਇਕਜੁੱਟ ਹੋਈਆਂ ਨੇ, ਇਸ ਨਾਲ ਕਿਸਾਨ ਅੰਦੋਲਨ ਨੂੰ ਬਲ ਮਿਲੇਗਾ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਲੜਾਈ ਸੂਬਾ ਤੇ ਕੇਂਦਰ ਦੋਵੇਂ ਸਰਕਾਰਾਂ ਨਾਲ ਸੀ, ਪਰ ਹੁਣ ਇਹ ਲੜਾਈ ਸਿੱਧੀ ਕੇਂਦਰ ਦੇ ਨਾਲ ਹੈ। ਜੇਕਰ ਰਾਜਪਾਲ ਤੇ ਰਾਸ਼ਟਰਪਤੀ ਇਹਨਾਂ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੰਦੇ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਖਾਦਾਂ ਤੇ ਕੋਲੇ ਦੀ ਕਮੀ ਨੂੰ ਦੇਖਦਿਆਂ ਮਾਲ ਗੱਡੀਆਂ ਨੂੰ 5 ਨਵੰਬਰ ਤੱਕ ਛੋਟ ਦਿੱਤੀ ਜਾਵੇਗੀ। ਉਂਝ ਰੇਲਵੇ ਲਾਈਨਾਂ ਦੇ ਉੱਤੇ ਧਰਨੇ ਜਾਰੀ ਰਹਿਣਗੇ। ਟੋਲ ਪਲਾਜ਼ਿਆਂ, ਰਿਲਾਇੰਸ ਤੇਲ ਪੰਪਾਂ ਦੇ ਉੱਤੇ ਧਰਨੇ ਤੇ ਭਾਜਪਾ ਆਗੂਆਂ ਦੇ ਘਿਰਾਓ ਜਾਰੀ ਰਹਿਣਗੇ। ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਨ ਵਾਸਤੇ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ। ਅਗਲੀ ਰਣਨੀਤੀ ਦੇ ਲਈ 4 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ। ਤਕਰੀਬਨ 250 ਜਥੇਬੰਦੀਆਂ ਦੀ ਦੇਸ਼ ਪੱਧਰੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ 27 ਅਕਤੂਬਰ ਨੂੰ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਕੌਮੀ ਮੀਟਿੰਗ ਵਾਸਤੇ ਕਮੇਟੀ ਦੇ ਕੌਮੀ ਵਰਕਿੰਗ ਗਰੁੱਪ ਮੈਂਬਰਾਂ ਡਾਕਟਰ ਦਰਸ਼ਨਪਾਲ ਤੇ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਦੀਆਂ 30 ਜਥੇਬੰਦੀਆਂ ਨੂੰ ਹਿੱਸਾ ਬਣਨ ਦੀ ਅਪੀਲ ਕੀਤੀ, ਜਿਸ ਦਾ ਲਗਭਗ ਸਾਰੀਆਂ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਗਿਆ। ਰਿਲਾਇੰਸ ਪੰਪ ਡੀਲਰਾਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਵਿਘਨ ਪਾਉਣ ਕਰਕੇ ਪ੍ਰੈਸ ਸਾਹਮਣੇ ਬਿਨਾਂ ਸ਼ਰਤ ਮੁਆਫੀ ਮੰਗੀ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਅੱਜ ਮੀਟਿੰਗ ਦੇ ਵਿੱਚ ਮਨੋਬਲ ਉੱਚਾ ਸੀ, ਜਿਸ ਤਰੀਕੇ ਦੇ ਨਾਲ ਅੱਜ ਵੀ ਇਰਾਦਾ ਪੱਕਾ ਸੀ, ਉਹਨੂੰ ਦੇਖ ਕੇ ਧਰਵਾਸ ਹੋਇਆ, ਉਹਨੂੰ ਦੇਖ ਕੇ ਤਸੱਲੀ ਹੋਈ ਹੈ ਵੀ ਭਾਵੇਂ 3 ਹਫ਼ਤੇ ਤੋਂ ਵੱਧ ਦਾ ਸਮਾਂ ਬੀਤਣ ਵਾਲਾ, ਪਰ ਅਸੀਂ ਰੁਕੇ ਨਹੀਂ ਤੇ ਝੁਕੇ ਵੀ ਨਹੀਂ। ਡਟ ਕੇ ਅਸੀਂ ਪਹਿਲਾਂ ਵੀ ਖਲੋਤੇ ਸੀ ਤੇ ਅੱਜ ਵੀ ਖਲੋਤੇ ਹਾਂ। ਇਹ ਇੱਕ ਵੱਖਰੀ ਗੱਲ ਹੈ ਕਿ ਜਿਹਨੂੰ ਅਸੀਂ ਜਗਾਉਣਾ ਚਾਹੁੰਦੇ ਹਾਂ, ਦਿੱਲੀ ਦੇ ਵਿੱਚ ਬੈਠੇ ਉਹ ਹਾਕਮ ਜਾਗਦੇ ਨਹੀਂ। ਉਹਨਾਂ ਨੂੰ ਸੱਤਾ ਦਾ ਨਸ਼ਾ ਇਸ ਕਦਰ ਚੜ੍ਹਿਆ ਹੋਇਆ ਕਿ ਉਸ ਸੂਬੇ ਨੂੰ ਵੀ ਫਤਿਹ ਕਰ ਲਈਏ ਅਸੀਂ, ਉਸ ਸੂਬੇ ਨੂੰ ਵੀ ਜਿੱਤ ਲਈਏ ਅਸੀਂ, ਉਹਦੇ ਉੱਤੇ ਵੀ ਕਬਜ਼ਾ ਕਰ ਲਈਏ। ਇਹ ਕੋਸ਼ਿਸ਼ਾਂ ਉਹਨਾਂ ਦੀਆਂ ਚੱਲ ਰਹੀਆਂ, ਪਰ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ। ਪੰਜਾਬ ਉਹ ਸੂਬਾ ਜਿੱਥੋਂ ਦੇ ਵਾਸੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਅੰਦੋਲਨਾਂ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਪੰਜਾਬ ਦੇ ਨਾਲ ਹੀ ਦਿੱਲੀ ਦੀ ਸਮੇਂ ਦੀ ਕੋਈ ਵੀ ਸਰਕਾਰ ਹੋਵੇ, ਉਹਦੇ ਵੱਲੋਂ ਵਿਤਕਰਾ ਨਿੱਠ ਕੇ ਕੀਤਾ ਗਿਆ, ਜਿਹਦਾ ਦੁੱਖ ਹਮੇਸ਼ਾ ਰਹਿਣਾ ਵੀ ਹੈ ਤੇ ਅੱਜ ਤੱਕ ਰਿਹਾ ਵੀ ਹੈ। ਅਗਲੀ ਗੱਲ ਇਹ ਹੈਗੀ ਆ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਲੰਘਣ ਦੀ ਆਗਿਆ ਦੇ ਦਿੱਤੀ ਹੈ। ਚਲੋ ਚੰਗੀ ਗੱਲ ਹੈ। ਕਾਰਨ ਇਹ ਆ ਵੀ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਸੀ ਕਿ ਦੇਖੋ ਜੀ, ਤੁਸੀਂ ਮੰਗ ਕੀਤੀ ਤਾਂ ਅਸੀਂ ਇਜਲਾਸ ਸੱਦ ਲਿਆ, ਹੁਣ ਅਸੀਂ ਅਪੀਲ ਕਰਦੇ ਹਾਂ ਤੁਸੀਂ ਜਿਹੜੀਆਂ ਮਾਲ ਗੱਡੀਆਂ ਲੰਘਣ ਦੀ ਆਗਿਆ ਦੇ ਦਿਓ। ਉਹਦੇ ਪਿੱਛੇ ਕਾਰਨ ਇੱਕ ਇਹ ਵੀ ਸੀ ਵੀ ਗੋਦਾਮਾਂ ਦੇ ਵਿੱਚ ਇਸ ਵਕਤ ਕਣਕ ਪਈ ਹੈ। ਜੇਕਰ ਇਹ ਕਣਕ ਮਾਲ ਗੱਡੀਆਂ ਰਾਹੀਂ ਜਾਊਗੀ ਹੋਰ ਥਾਵਾਂ 'ਤੇ, ਗੋਦਾਮ ਹੋਣਗੇ ਖਾਲੀ ਤੇ ਫਿਰ ਹੀ ਇੱਥੇ ਝੋਨੇ ਦਾ ਭੰਡਾਰਨ ਹੋਊਗਾ, ਨਹੀਂ ਤਾਂ ਨਹੀਂ ਸੀ ਹੋਣਾ। ਉਸ ਤੋਂ ਅਗਲੀ ਗੱਲ ਇਹ ਆ ਵੀ ਕੋਲੇ ਦਾ ਰੌਲਾ ਵੀ ਸੀਗਾ। ਇਹ ਇੱਕ ਵੱਖਰੀ ਗੱਲ ਹੈ ਵੀ ਪਿਛਲੇ 10 ਦਿਨਾਂ ਤੋਂ ਇੱਕੋ ਜਿਹੇ ਬਿਆਨ ਆ ਰਹੇ ਸੀ ਕਿ ਕੋਲਾ 2 ਦਿਨ ਦਾ ਰਹਿ ਗਿਆ, ਕੋਲਾ ਹੁਣ 2 ਦਿਨ ਦਾ ਰਹਿ ਗਿਆ। ਪਰਸੋਂ ਵੀ ਬਿਆਨ ਇਹ ਸੀ ਕਿ ਕੋਲਾ 2 ਦਿਨ ਦਾ ਰਹਿ ਗਿਆ। ਪਤਾ ਨਹੀਂ ਉਹ 2 ਦਿਨ ਵਧੀ ਜਾਂਦੇ ਜਾਂ ਘਟੀ ਜਾਂਦੇ ਆ, ਜਾਂ ਫਿਰ ਕੋਲਾ ਵਧੀ ਤੇ ਘਟੀ ਜਾਂਦਾ। ਪਰ ਕਿਸਾਨ ਜਥੇਬੰਦੀਆਂ ਇਕਜੁੱਟ ਹੈ, ਇਸ ਗੱਲ ਦੀ ਬੜੀ ਤਸੱਲੀ ਹੈ। 2 ਕਿਸਾਨ ਜਥੇਬੰਦੀਆਂ ਨੂੰ ਪਰੇ ਕੀਤਾ ਗਿਆ, ਆਪਾਂ ਜਾਣਦੇ ਹਾਂ। ਉਹਦੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਦੀ ਗੋਦੀ ਦੇ ਵਿੱਚ ਬਹਿਣ ਵਾਲੀ ਹੈ, ਇੱਕ ਨੇ ਆਪਦੇ ਧਰਨੇ ਪਹਿਲਾਂ ਚੱਕ ਲਏ ਸੀਗੇ ਪਟੜੀਆਂ ਤੋਂ। ਪਰ 29 ਕਿਸਾਨ ਜਥੇਬੰਦੀਆਂ ਇਸ ਵਕਤ ਵੀ ਇਕਜੁੱਟ ਹੈਗੀਆਂ। ਉਹਨਾਂ ਕਿਸਾਨ ਜਥੇਬੰਦੀਆਂ ਦਾ ਇਹ ਵੀ ਕਹਿਣਾ ਵੀ ਸਾਨੂੰ ਪਤਾ ਵੀ ਲੀਡਰ ਸਾਡੇ ਨਾਂ ਦੇ ਉੱਤੇ ਕੀ ਕੀ ਡਰਾਮੇ ਕਰਦੇ ਆ, ਸਾਨੂੰ ਕਿਵੇਂ ਵਰਤਣਾ ਚਾਹੁੰਦੇ ਆ, ਕਿਸਾਨ ਸੰਘਰਸ਼ ਨੂੰ ਆਪਣੇ ਹੱਕ ਦੇ ਵਿੱਚ ਕਿਵੇਂ ਕਰਨ ਦੇ ਚਾਹਵਾਨ ਆ, 2022 ਦੇ ਮੱਦੇਨਜ਼ਰ ਇਹ ਕੀ ਕੀ ਨਿਸ਼ਾਨੇ ਲਾਉਣੇ ਚਾਹੁੰਦੇ ਆ। ਪਰ ਅਸੀਂ ਡਟ ਕੇ ਖੜ੍ਹੇ ਹਾਂ। ਸਾਨੂੰ ਇਹਨਾਂ ਦੀਆਂ ਸਾਰੀਆਂ ਇਲਤਾਂ ਤੇ ਸਾਨੂੰ ਇਹਨਾਂ ਦੇ ਸਾਰੇ ਤਰਕਾਂ ਦਾ ਪਤਾ ਵੀ ਇਹ ਕਿਉਂ ਤੇ ਕੀ ਚਾਹੁੰਦੇ ਆ। ਸੋ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਤੋਹਮਤਾਂ ਮੜੀਆਂ ਜਾ ਰਹੀਆਂ, ਉਹਦੇ 'ਤੇ ਹੈਰਾਨੀ ਹੁੰਦੀ ਹੈ। ਇੱਕ ਧਿਰ ਕਹਿ ਰਹੀ ਹੈ ਜੀ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹਦੇ ਵਿੱਚ ਤਾਂ ਕੱਖ ਵੀ ਨਹੀਂ ਗਾ ਬਿੱਲਾਂ ਦੇ ਵਿੱਚ। ਉਹ ਵੀ ਧਿਰ ਹੈ ਜਿਹੜੀ ਉਹਦਾ ਰਾਜਪਾਲ ਦੇ ਨਾਲ ਮਿਲ ਕੇ ਆਈ ਹੈ। ਇੱਕ ਧਿਰ ਇਹ ਗੱਲ ਕਹਿੰਦੀ ਹੈ ਜੀ ਕਿ ਇਹ ਅੱਧੇ ਅਧੂਰੇ ਬਿੱਲ ਆ, ਪਰ ਜੇਕਰ ਤੁਹਾਨੂੰ ਅੱਧੇ ਅਧੂਰੇ ਲੱਗਦੇ ਆ, ਜੇਕਰ ਤੁਹਾਨੂੰ ਨਿਕੰਮੇ ਬਿੱਲ ਲੱਗਦੇ, ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਰੌਲਾ ਪਾਉਣਾ ਸੀ। ਜਦੋਂ ਸਾਰਾ ਕੁਝ ਹੋ ਜਾਂਦਾ, ਉਸ ਤੋਂ ਬਾਅਦ ਬਾਹਰ ਆ ਕੇ ਮੀਡੀਆ ਦੇ ਵਿੱਚ ਇਹ ਕਹਿਣਾ ਜੀ ਕਿ ਲੋਕ ਠੱਗੇ ਗਏ ਹਨ, ਸਾਨੂੰ ਤਾਂ ਗੁੰਮਰਾਹ ਕੀਤਾ ਗਿਆ ਹੈ, ਇਹ ਤਾਂ ਬਿੱਲ ਕਿਸੇ ਕੰਮ ਦੇ ਨਹੀਂ ਹਨ। ਅਸੀਂ ਵੀ ਕਹਿੰਦੇ ਹਾਂ ਕਿ ਕੰਮ ਦੇ ਬਿੱਲ ਹੋਣੇ ਚਾਹੀਦੇ ਸੀ, ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਜਿਹੜੇ ਵੀ ਸੂਬੇ ਦੇ ਵਿੱਚ ਕੇਂਦਰ ਦੇ ਕਿਸੇ ਵੀ ਕਾਨੂੰਨ ਦੇ ਖਿਲਾਫ ਬਿੱਲ ਪਾਸ ਕਰ ਲਏ ਜਾਣ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੂਬੇ ਦੇ ਵਿੱਚ ਉਹ ਕਾਨੂੰਨ ਲਾਗੂ ਨਹੀਂ ਹੋਣਾ। ਇਹ ਇੱਕ ਬਹੁਤ ਵੱਡੀ ਪ੍ਰਕਿਰਿਆ, ਇਹਦੇ ਵਿੱਚ ਕਈ ਵਾਰੇ ਵੀ ਨਿਕਲ ਸਕਦੇ ਬਿੱਲ ਪਾਸ ਕਰਨ ਤੋਂ ਬਾਅਦ ਵੀ। ਸੋ ਵਕਤ ਦੱਸੂਗਾ ਇਹ ਮਾਮਲਾ ਆਉਂਦੇ ਸਮੇਂ 'ਚ ਕਿਹੜਾ ਮੋੜ ਕੱਟਦਾ। ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਹਾਲੇ ਤੱਕ ਕਿਸਾਨ ਜਥੇਬੰਦੀਆਂ ਤੇ ਖੇਤ ਮਜ਼ਦੂਰ ਜਥੇਬੰਦੀਆਂ ਹੰਭੀਆਂ ਨਹੀਂ।
ਉਹਨਾਂ ਦਾ ਦਮ ਨਹੀਂ ਫੁੱਲਿਆ। ਆਮ ਤੌਰ ਦੇ ਉੱਤੇ ਥੋੜ੍ਹੇ ਕੁ ਦਿਨਾਂ ਬਾਅਦ ਦਮ ਫੁੱਲ ਜਾਂਦਾ ਭਾਵੇਂ ਕੋਈ ਵੀ ਅੰਦੋਲਨ ਹੋਵੇ, ਪਰ ਹਾਲੇ ਤੱਕ ਨਿੱਠ ਕੇ ਲੱਗੇ ਹੋਏ ਕਿਸਾਨ ਤੇ ਖੇਤ ਮਜ਼ਦੂਰ, ਇਸ ਗੱਲ ਦੀ ਤਸੱਲੀ ਹੈ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਕਿਸਾਨ ਤੇ ਖੇਤ ਮਜ਼ਦੂਰ ਏਕਤਾ ਜ਼ਿੰਦਾਬਾਦ ਹੈ, ਸੀ ਤੇ ਰਹੇ, ਇਹਦੀ ਅਸੀਂ ਕਾਮਨਾ ਵੀ ਕਰਦੇ ਹਾਂ। ਅਰਵਿੰਦ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਸਿੰਘ ਆਪਸ ਦੇ ਵਿੱਚ ਲੜਾਈ ਵਿੱਢ ਚੁੱਕੇ ਆ। ਸ਼ਬਦਕ ਤੌਰ ਦੇ ਉੱਤੇ ਉਹਨਾਂ ਨੇ ਜੰਗ ਸ਼ੁਰੂ ਕਰ ਦਿੱਤੇ ਆ। ਵੈਸੇ ਇਹ ਕੋਈ ਨਵੀਂ ਗੱਲ ਨਹੀਂ ਹੈ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਦੂਜੇ ਦੇ ਉੱਤੇ ਇਲਜ਼ਾਮ ਲਾਉਂਦਾ ਹੋਵੇ, ਦੂਜੇ ਵਾਲਾ ਕਿਸੇ ਤੀਜੇ ਸੂਬੇ ਦੇ ਉੱਤੇ ਲਾ ਦੇਵੇ। ਮੈਨੂੰ ਤਾਂ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਵੀ ਧੂਏ ਦੇ ਨਾਂ ਦੇ ਉੱਤੇ ਕਿਵੇਂ ਲੜਦੇ ਆ। ਇੱਕ ਧਿਰ ਕਹਿੰਦੀ ਆ ਪਾਕਿਸਤਾਨ ਦੇ ਵੱਲੋਂ ਧੂਆਂ ਆਉਂਦਾ, ਦੂਜਾ ਕਹਿੰਦਾ ਨਾ ਇਹ ਤਾਂ ਯੂਪੀ ਵਾਲਾ, ਤੀਜਾ ਕਹਿੰਦਾ ਨਾ ਇਹ ਤਾਂ ਪੰਜਾਬ ਦੇ ਵਿੱਚੋਂ ਪੈਦਾ ਹੋਇਆ, ਸਾਡਾ ਦਮ ਘੁੱਟਦਾ ਸਾਡੇ ਸੂਬੇ 'ਚ ਆ ਕੇ। ਜਿਵੇਂ ਧੂਏ ਦੇ ਉੱਤੇ ਵੀ ਪਾਰਟੀ ਦਾ ਜਾਂ ਸੂਬੇ ਦਾ ਜਾਂ ਕਿਸਾਨ ਦਾ ਨਾਂ ਲਿਖਿਆ ਹੋਵੇ। ਇਹੋ ਜਿਹੀਆਂ ਗੱਲਾਂ ਕਰਦੇ ਜਿਹਦੇ ਉੱਤੇ ਹਰਖ ਵੀ ਆਉਂਦਾ ਵੀ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ। ਆਪਾਂ ਉਹਨਾਂ ਗੱਲਾਂ ਦੇ ਵਿੱਚ ਹੀ ਲੱਗੇ ਪਏ ਹਾਂ, ਧੂਆਂ ਤੁਹਾਡਾ ਹੈ ਸਾਡਾ ਨਹੀਂ, ਪਾਣੀ ਤੁਹਾਡਾ ਹੈ ਸਾਡਾ ਨਹੀਂ। ਸੋ ਇਹ ਪਾਣੀ ਦੀਆਂ ਜਿਹੜੀਆਂ ਮੁਸ਼ਕਿਲਾਂ ਇਹ ਵੀ ਨਹੀਂ ਕਦੇ ਹੱਲ ਹੋਣੀਆਂ, ਤੇ ਨੀਤਾਂ ਦੇ ਮੁਤਾਬਕ ਜਿਹੜੀਆਂ ਧੂਏ ਦੀਆਂ ਸਮੱਸਿਆਵਾਂ ਇਹ ਵੀ ਸਾਡੀਆਂ ਸਰਕਾਰਾਂ ਨੇ ਕਦੇ ਹੱਲ ਨਹੀਂ ਕਰਨੀਆਂ। ਤੁਸੀਂ SYL ਦੀ ਗੱਲ ਹੀ ਕਰ ਲਓ, ਉਹ ਪਾਣੀ ਦਾ ਮਸਲਾ ਕਿਹੜਾ ਹਾਲੇ ਤੱਕ ਹੱਲ ਹੋਇਆ, ਤੇ ਮੈਨੂੰ ਜਾਪਦਾ ਨਹੀਂ ਕਿ ਸਾਡੇ ਜਿਉਂਦੇ ਜੀ ਇਹ ਹੱਲ ਵੀ ਹੋਊਗਾ, ਕਿਉਂਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਇਕੱਲੇ ਮੁੱਦੇ ਬਣਦੇ ਆ, ਉਹਨਾਂ ਦਾ ਹੱਲ ਨਹੀਂ ਨਿਕਲਦਾ। ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰ ਲਓ, 84 ਕਤਲੇਆਮ ਇਹ ਇੱਕ ਮੁੱਦਾ, ਇਹ ਰਾਜਨੀਤਿਕ ਲੋਕਾਂ ਦੇ ਵੱਲੋਂ ਵਰਤਿਆ ਜਾਂਦਾ, ਕਿਹਨੂੰ ਇਨਸਾਫ ਮਿਲਿਆ? ਕਿਸੇ ਨੂੰ ਵੀ ਨਹੀਂ। SYL ਦੇ ਮਾਮਲੇ ਦੀ ਗੱਲ ਕਰ ਲਓ, ਕਿੰਨੇ ਦਹਾਕਿਆਂ ਤੋਂ ਮਾਮਲਾ ਲਟਕ ਰਿਹਾ, ਕੀ ਇਨਸਾਫ ਮਿਲਿਆ? ਕੁਛ ਵੀ ਨਹੀਂ। ਕੀ ਸਾਨੂੰ ਇਸ ਗੱਲ ਦਾ ਹੱਕ ਹੈ ਵੀ ਕਿਤੇ ਪਾਣੀ ਅਸੀਂ ਜਾਣ ਨਹੀਂ ਦੇਣਾ? ਉਸ ਤੋਂ ਅਗਲੀ ਗੱਲ ਤੁਸੀਂ ਕਰ ਲਓ ਵੀ ਚੰਡੀਗੜ੍ਹ ਆ ਜਿਹੜਾ ਉਹ ਕੀ ਪੰਜਾਬ ਨੂੰ ਮਿਲੂਗਾ? ਇਸ ਗੱਲ ਦੀ ਕੋਈ ਆਸ ਵੀ ਨਹੀਂ, ਕੋਈ ਮੁੱਦੇ ਦਾ ਹੱਲ ਨਹੀਂ ਨਿਕਲਿਆ। ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਕੋਈ ਹੱਲ ਨਹੀਂ ਨਿਕਲਿਆ। ਬੇਅਦਬੀ ਕਾਂਡ ਦੀ ਗੱਲ, ਕੋਈ ਹੱਲ ਨਹੀਂ ਨਿਕਲਿਆ। ਹੁਣ ਉਸ ਤੋਂ ਬਾਅਦ ਜਿੰਨੇ ਵੀ ਨਵੇਂ ਮਾਮਲੇ ਸਾਹਮਣੇ ਆ ਰਹੇ ਆ, ਇਹਨਾਂ ਦਾ ਇਸ ਜਨਮ ਦੇ ਵਿੱਚ ਕੋਈ ਹੱਲ ਨਿਕਲੂਗਾ ਸਾਨੂੰ ਪੂਰਾ ਭਰੋਸਾ ਨਹੀਂ ਆ। ਪਾਰਟੀ ਬਦਲ ਜਾਂਦੀ ਆ, ਸੱਤਾ ਬਦਲ ਜਾਂਦੀ ਆ, ਫਿਰ ਹੋਰ ਗੱਲਾਂ, SIT ਦੇ ਉੱਤੇ SIT, ਇਹੋ ਜਿਹੇ ਡਰਾਮੇ ਹੁੰਦੇ ਆ। ਪਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਛੇੜੀ ਆ। ਉਹ ਕਹਿੰਦੇ ਵੀ ਅਸੀਂ ਤਾਂ ਬਿੱਲ ਪਾਸ ਕਰਤੇ ਆ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ, ਪਰ ਜੇਕਰ ਕੇਜਰੀਵਾਲ ਹੋਰੀ ਵੀ ਹੈਗੇ ਆ ਕਿਸਾਨ ਪੱਖੀ, ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਸਾਡੇ ਵਾਂਗ ਇੱਕ ਹੰਗਾਮੀ ਸੈਸ਼ਨ ਸੱਦੇ ਤੇ ਉਹ ਵੀ ਇਹ ਬਿੱਲ ਪਾਸ ਕਰ ਦੇਣ, ਤਾਂ ਜੋ ਅਸੀਂ ਕਹੀਏ ਵੀ ਕੇਜਰੀਵਾਲ ਤੇ ਉਹਨਾਂ ਦੀ ਜਿਹੜੀ ਕੈਬਨਿਟ ਆ ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੀ ਆ। ਪਰ ਅੱਗੋਂ ਮੋੜਵੇਂ ਤੌਰ ਦੇ ਉੱਤੇ ਕੇਜਰੀਵਾਲ ਨੇ ਕੈਪਟਨ ਨੂੰ ਕਈ ਕਿਸਮ ਦੇ ਸਵਾਲ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਕੀ ਤੁਸੀਂ ਕੇਂਦਰ ਦੇ ਕਾਨੂੰਨਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਹੋ? ਜਿਹੜੇ ਤੁਸੀਂ ਐਤਕੀ ਬਿੱਲ ਪੇਸ਼ ਕੀਤੇ ਆ, ਕੀ ਇਹ ਡਰਾਮਾ ਨਹੀਂ ਆ? ਇਹੋ ਜਿਹੀਆਂ ਗੱਲਾਂ ਸਵਾਲਨੁਮਾ ਉਹਨਾਂ ਨੇ ਕੀਤੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਪੰਜਾਬ ਅਸੈਂਬਲੀ ਵੱਲੋਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਬਿੱਲ ਪਾਸ ਹੋਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਇਹ ਕਦਮ ਚੁੱਕ ਕੇ ਦਿਖਾਉਣ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਨੇ ਕੈਪਟਨ ਦੇ ਉੱਤੇ ਨਾਟਕ ਕਰਨ ਦਾ ਦੋਸ਼ ਵੀ ਲਾਇਆ। ਕੇਜਰੀਵਾਲ ਨੇ ਕਿਹਾ, ਰਾਜਾ ਸਾਹਿਬ ਤੁਸੀਂ ਕੇਂਦਰ ਦੇ ਕਾਨੂੰਨਾਂ ਵਿੱਚ ਸੋਧ ਕੀਤੀ, ਕੀ ਰਾਜ ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦਾ ਹੈ? ਨਹੀਂ, ਤੁਸੀਂ ਨਾਟਕ ਕੀਤਾ, ਜਨਤਾ ਨੂੰ ਮੂਰਖ ਬਣਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਕਾਨੂੰਨ ਪਾਸ ਕਰ ਦਿੰਦੇ ਹੋ ਤਾਂ ਕੀ ਤੁਸੀਂ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ MSP ਦਿਵਾ ਸਕੋਗੇ? ਕੀ MSP ਮਿਲੇਗੀ? ਨਹੀਂ। ਕਿਸਾਨ MSP ਚਾਹੁੰਦੇ ਨੇ, ਤੁਹਾਡੇ ਫਰਜ਼ੀ ਤੇ ਝੂਠੇ ਕਾਨੂੰਨਾਂ ਨੂੰ ਨਹੀਂ। ਦੱਸਣਾ ਬਣਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਲੰਘੇ ਕੱਲ੍ਹ ਵਿਧਾਨ ਸਭਾ ਦੇ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਸਰਕਾਰ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਸੂਬਾ ਸਰਕਾਰ ਦਾ ਬਿੱਲ ਖੇਤੀਬਾੜੀ ਸਮਝੌਤੇ ਤਹਿਤ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕਣਕ ਤੇ ਝੋਨਾ ਵੇਚਣ ਜਾਂ ਖਰੀਦਣ ਦੇ ਉੱਤੇ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਕਰਦਾ ਹੈ। ਇਸ ਦੇ ਨਾਲ ਹੀ ਇਹਦੇ ਵਿੱਚ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਪ੍ਰਬੰਧ ਵੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ 2.5 ਏਕੜ ਤੱਕ ਜ਼ਮੀਨ ਜ਼ਬਤ ਤੋਂ ਛੋੜ ਦਿੱਤੀ ਗਈ ਹੈ ਤੇ ਖੇਤੀਬਾੜੀ ਉਪਜਾਂ ਦੇ ਜਮ੍ਹਾਖੋਰੀ ਤੇ ਕਾਲਾ ਬਾਜ਼ਾਰੀ ਨੂੰ ਰੋਕਣ ਵਾਸਤੇ ਉਪਾਅ ਕੀਤੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਚਾਹੀਦਾ ਤਾਂ ਇਹ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਵੀ ਇਸ ਵਕਤ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੇ ਉਹ ਵੀ ਇਸ ਗੱਲ ਨੂੰ ਸਾਬਤ ਕਰਕੇ ਦਿਖਾਉਣ ਕਿ ਅਸੀਂ ਵੀ ਕਿਸਾਨ ਪੱਖੀ ਹਾਂ। ਹਾਲਾਂਕਿ ਦਿੱਲੀ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਆ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ, ਤੇ ਪੰਜਾਬ ਹੈ ਹੀ ਖੇਤੀਬਾੜੀ ਪ੍ਰਧਾਨ ਸੂਬਾ। ਭੂਗੋਲਿਕ ਸਥਿਤੀਆਂ ਭਾਵੇਂ ਜ਼ਮੀਨ ਅਸਮਾਨ ਦੇ ਅੰਤਰ ਵਾਲੀਆਂ ਹੋਣ, ਪਰ ਚਾਹੀਦਾ ਇਹ ਆ ਵੀ ਜਦੋਂ ਹੁਣ ਕੇਜਰੀਵਾਲ ਹੋਰੀ ਜੇਕਰ ਜੰਤਰ ਮੰਤਰ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਨੇਤਾਵਾਂ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਸਕਦੇ ਆ, ਤਾਂ ਉਹਨਾਂ ਨੂੰ ਵੀ 1 ਜਾਂ 2 ਦਿਨ ਦਾ ਸੈਸ਼ਨ ਸੱਦ ਕੇ ਤੇ ਬਿੱਲ ਪਾਸ ਕਰ ਦੇਣੇ ਚਾਹੀਦੇ ਆ, ਤਾਂ ਜੋ ਕੇਂਦਰ ਦੇ ਉੱਤੇ ਇਸ ਗੱਲ ਦਾ ਦਬਾਅ ਬਣੇ ਵੀ ਇਕੱਲਾ ਇੱਕ ਪੰਜਾਬ ਸੂਬਾ ਨਹੀਂ, ਬਾਕੀ ਵੀ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਲੋਕ ਬੈਠੇ ਆ, ਜਿਹੜੇ ਉੱਥੋਂ ਦੇ ਰਾਜਨੀਤਿਕ ਲੋਕ ਆ ਜਾਂ ਜਿਹੜੀ ਵੀ ਪਾਰਟੀ ਉੱਥੋਂ ਦੀ ਸੱਤਾਧਾਰੀ ਆ, ਉਹ ਵੀ ਤੇ
ਵਿਰੋਧੀ ਪਾਰਟੀਆਂ ਵੀ ਇਕਜੁੱਟ ਹੋ ਕੇ ਸਾਡੇ ਇਹਨਾਂ ਕਾਨੂੰਨਾਂ ਦੀ ਖਿਲਾਫਤ ਕਰ ਰਹੀਆਂ, ਵਿਰੋਧਤਾ ਕਰ ਰਹੀਆਂ। ਪਰ ਸ਼ਾਇਦ ਕੇਜਰੀਵਾਲ ਸਾਹਿਬ ਸੋਚਦੇ ਹੋਣ ਹਾਲੇ ਕਿ ਇਹ ਕੁਝ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਵਾਰ-ਵਾਰ ਇਸ ਗੱਲ ਦੇ ਸਵਾਲ ਉੱਠ ਰਹੇ ਆ ਵੀ ਕੀਤਾ ਕੀ ਜਾ ਰਿਹਾ। ਰਾਜਨੀਤਿਕ ਲੋਕ ਆ ਜਿਹੜੇ ਦੁੱਖ ਦਾ ਪ੍ਰਗਟਾਵਾ ਤਾਂ ਕਰ ਰਹੇ ਵੀ ਅਸੀਂ ਬਹੁਤ ਦੁਖੀ ਹਾਂ, ਕਿਸਾਨਾਂ ਨਾਲ ਧੱਕਾ ਹੋ ਰਿਹਾ, ਪਰ ਇਸ ਦੁੱਖ ਤੋਂ ਅਗਲੀ ਗੱਲ ਕੀ ਕਰ ਰਹੇ ਆ ਇਹ ਕਿਸੇ ਦੇ ਸਮਝ ਦੇ ਵਿੱਚ ਨਹੀਂ ਪੈ ਰਹੀ। ਸੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਵੀ ਤੁਸੀਂ ਨਾਟਕ ਕੀਤਾ। ਕੈਪਟਨ ਸਾਹਿਬ ਕਹਿੰਦੇ ਜੀ ਕਿ ਕੇਜਰੀਵਾਲ ਨੂੰ ਵੀ ਇਹ ਕੁਝ ਕਰਕੇ ਦਿਖਾਉਣਾ ਚਾਹੀਦਾ ਜੋ ਅਸੀਂ ਕਰ ਦਿੱਤਾ ਹੈ। ਹੁਣ ਕਿਹਨੇ ਕੀ ਕਰਨਾ ਤੇ ਕਿਹਨੇ ਕੀ ਨਹੀਂ ਕਰਨਾ ਇਹ ਤਾਂ ਕੁਝ ਕਹਿ ਨਹੀਂ ਸਕਦੇ, ਪਰ ਚਾਹੀਦਾ ਇਹ ਆ ਕਿ ਇਸ ਵਕਤ ਕਿਸਾਨ ਪੱਖੀ ਸਾਰੇ ਹੀ ਹੋਣ। ਕੇਜਰੀਵਾਲ ਸਾਹਿਬ ਵੀ ਹੋਣ, ਮਨੋਹਰ ਲਾਲ ਖੱਟਰ ਹੋਰੀ ਵੀ ਹੋਣ, ਹਿਮਾਚਲ ਦਾ ਮੁੱਖ ਮੰਤਰੀ ਵੀ ਹੋਵੇ, ਕਿਉਂਕਿ ਖੇਤੀ ਹੋਰ ਤਰ੍ਹਾਂ ਦੀ ਹੋ ਸਕਦੀ ਹੈ। ਕਿਤੇ ਸੇਬ ਦੀ ਹੋ ਸਕਦੀ ਹੈ, ਕਿਤੇ ਚਾਹ ਦੀ ਹੋ ਸਕਦੀ ਹੈ, ਕਿਤੇ ਆਲੂ ਦੀ ਆ, ਕਿਤੇ ਨਰਮੇ ਦੀ ਆ, ਕਿਤੇ ਹੋਰ ਆ, ਕਿਤੇ ਹੋਰ ਆ। ਪਰ ਗੱਲ ਇਹ ਆ ਵੀ ਕਿਸਾਨ ਆ ਜਿਹੜੇ ਉਹਨਾਂ ਦੇ ਫਾਇਦੇ ਦੀ ਗੱਲ ਤਾਂ ਸਭ ਨੂੰ ਸੋਚਣੀ ਚਾਹੀਦੀ ਆ। ਪਰ ਦੁੱਖ ਦੀ ਗੱਲ ਇਹ ਆ ਵੀ ਕੇਂਦਰ ਦੀ ਸਰਕਾਰ ਹਾਲੇ ਵੀ ਇਹ ਗੱਲ ਕਹੀ ਜਾਂਦੀ ਆ ਕਿ ਬਹੁਤ ਮਹੱਤਵਪੂਰਨ ਸੁਧਾਰ ਅਸੀਂ ਕੀਤੇ ਆ ਤੇ ਖੇਤੀ ਵਾਲਾ ਜਿਹੜਾ ਸੁਧਾਰ ਆ ਉਹ ਅਸੀਂ ਕਮਾਲ ਹੀ ਕਰ ਦਿੱਤੀ ਕਾਨੂੰਨ ਦੇ ਮਾਮਲੇ ਦੇ ਵਿੱਚ। ਸੋ ਨਰਿੰਦਰ ਮੋਦੀ ਸਾਹਿਬ ਜਦੋਂ ਇਹ ਗੱਲਾਂ ਕਹਿੰਦੇ ਹੋਣ ਤਾਂ ਉਦੋਂ ਹੈਰਾਨੀ ਇਸ ਕਰਕੇ ਵੀ ਹੁੰਦੀ ਹੈ ਵੀ ਉਹ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਤੱਕ ਸਹੀ ਸੂਚਨਾਵਾਂ ਪਹੁੰਚਦੀਆਂ ਨਹੀਂ ਜਾਂ ਫਿਰ ਉਹ ਘੇਸਲ ਮਾਰ ਜਾਂਦੇ ਇਸ ਮਾਮਲੇ ਦੇ ਉੱਤੇ। ਚਾਹੀਦਾ ਇਹ ਆ ਕਿ ਬਾਕੀ ਸੂਬਿਆਂ ਦੇ ਵੱਲੋਂ ਵੀ ਖੇਤੀ ਬਿੱਲ ਪਾਸ ਕਰਕੇ ਜਿਹੜੇ ਕੇਂਦਰੀ ਕਾਨੂੰਨ ਬਣਾਏ ਗਏ ਆ ਇਹਨਾਂ ਕਾਨੂੰਨਾਂ ਨੂੰ ਗੈਰ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਭਾਰਤ ਦੇ ਵਿੱਚ ਸਾਲ ਦੇ ਅੰਦਰ 3-4 ਵਾਰ ਪਿਆਜ਼ ਦੀ ਕੀਮਤ ਇੰਨੀ ਕੁ ਵੱਧ ਜਾਂਦੀ ਹੈ ਕਿ ਇਹ ਆਮ ਲੋਕਾਂ ਦੀ ਪਹੁੰਚ ਦੇ ਵਿੱਚੋਂ ਦੂਰ ਹੋ ਜਾਂਦਾ। ਸਾਲ ਦੇ ਵਿੱਚ 2-3 ਵਾਰ ਟਮਾਟਰਾਂ ਦੀ ਕੀਮਤ ਇੰਨੀ ਵੱਧ ਜਾਂਦੀ ਹੈ ਕਿ ਇਹ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ। 2-3 ਵਾਰ ਆਲੂ ਦੀ ਕੀਮਤ ਨੂੰ ਵੀ ਐਸੀ ਅੱਗ ਲੱਗਦੀ ਹੈ ਕਿ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਨਹੀਂ ਰਹਿੰਦਾ। ਜਦੋਂ ਤਾਂ ਸਾਡੇ ਪੰਜਾਬ ਦੇ ਖੇਤਾਂ ਦੇ ਵਿੱਚ ਇਹ ਫਸਲਾਂ ਹੁੰਦੀਆਂ, ਮੰਨ ਲਓ ਕਿ ਹੁਣ ਆਲੂ ਦੀ ਫਸਲ ਆ ਗਈ, ਜਦੋਂ ਉਸ ਤੋਂ ਬਾਅਦ ਆਲੂ ਇੰਨਾ ਸਸਤਾ ਹੋ ਜਾਣਾ ਵਿਚਾਰੇ ਕਿਸਾਨਾਂ ਨੂੰ ਇਹ ਸੜਕਾਂ ਦੇ ਉੱਤੇ ਸੁੱਟਣਾ ਪੈਂਦਾ। ਪਰ ਜਿਹੜੇ ਮੰਡੀ ਦੇ ਨਾਲ ਜੁੜੇ ਹੋਏ ਲੋਕ ਆ, ਜਿਹੜੇ ਵਪਾਰੀ ਲੋਕ ਆ, ਉਹ ਸਟੋਰ ਕਰਕੇ ਤੇ ਬਾਅਦ ਦੇ ਵਿੱਚ 40-40 ਰੁਪਏ ਕਿਲੋ ਵੇਚਦੇ ਆ। ਇੱਥੇ ਸਭ ਤੋਂ ਵੱਡਾ ਪੰਗਾ ਪਿਆ ਹੋਇਆ ਜਿਹਦੇ ਕਰਕੇ ਕਿਸਾਨੀ ਲਗਾਤਾਰ ਨਿਵਾਣ ਵੱਲ ਜਾ ਰਹੀ ਹੈ ਤੇ ਵਪਾਰੀ ਆ ਜਿਹੜੇ ਉਹਨਾਂ ਦੇ ਖੇਤਾਂ ਦੇ ਵਿੱਚੋਂ ਮਾਲ ਚੱਕ ਕੇ, ਫਸਲ ਚੱਕ ਕੇ ਤੇ ਆਪਦੇ ਮਨਚਾਹੇ ਮੁੱਲ ਦੇ ਉੱਤੇ ਵੇਚਦੇ ਹੈਗੇ ਆ। ਪਰ ਜਿਹੜੀ ਤਾਜ਼ਾ ਜਾਣਕਾਰੀ ਆ ਉਹ ਇਹ ਆ ਵੀ ਤਿਉਹਾਰੀ ਸੀਜ਼ਨ ਹੁਣ ਸ਼ੁਰੂ ਹੋ ਗਏ ਆ। ਕੁਛ ਦਿਨਾਂ ਬਾਅਦ ਦੁਸਹਿਰਾ, ਉਸ ਤੋਂ 20 ਦਿਨਾਂ ਬਾਅਦ ਦੀਵਾਲੀ, ਵਿੱਚ ਛਠ ਪੂਜਾ ਦਾ ਤਿਉਹਾਰ ਵੀ ਆਉਣਾ, ਵਿੱਚ ਹੋਰ ਵੀ ਬੜੇ ਤਿਉਹਾਰ ਆਉਣਗੇ, ਫਿਰ ਨਵਾਂ ਸਾਲ ਵੀ ਚੜ੍ਹਨਾ ਹੈਗਾ। ਉਹ ਵੀ ਜਸ਼ਨ ਵਰਗਾ ਮਾਹੌਲ ਹੁੰਦਾ ਰਿਹਾ ਹੁਣ ਤੱਕ। ਪਰ ਮਹਿੰਗਾਈ ਸਿਖਰ ਦੇ ਉੱਤੇ ਪਹੁੰਚ ਗਈ ਆ। ਇਸ ਵਕਤ ਪੰਜਾਬ ਦੇ ਵਿੱਚ ਪਿਆਜ਼ ਦੇ ਰੇਟ ਆ ਜਿਹੜੇ ਉਹ 60 ਤੋਂ ਲੈ ਕੇ 70 ਰੁਪਏ ਕਿਲੋ ਹੋਏ ਪਏ ਆ। ਟਮਾਟਰ 70 ਤੋਂ ਲੈ ਕੇ 80 ਰੁਪਏ ਕਿਲੋ ਵਿਕ ਰਿਹਾ। ਆਲੂ ਆ ਜਿਹੜਾ 30 ਰੁਪਏ ਤੋਂ ਲੈ ਕੇ 40 ਰੁਪਏ ਕਿਲੋ ਵਿਕ ਰਿਹਾ। ਆਮ ਬੰਦੇ ਦਾ ਕੀ ਬਣੂਗਾ, ਸੋਚਣਾ ਵਿਚਾਰਨਾ ਇਹ ਬਣਦਾ। ਇਸ ਮਹਿੰਗਾਈ ਨੇ ਲੋਕਾਂ ਨੂੰ ਇਹੋ ਜਿਹਾ ਪੀਸਣਾ ਸ਼ੁਰੂ ਕੀਤਾ ਵੀ ਲੋਕਾਂ ਦਾ ਤਰਾਹ ਇਸ ਕਰਕੇ ਨਿਕਲਿਆ ਪਿਆ। ਇੱਕ ਤਾਂ ਕੰਮ ਛੁੱਟ ਗਏ ਲੋਕਡਾਊਨ ਦੇ ਕਰਕੇ, 7-7 ਮਹੀਨੇ ਤੋਂ ਬੰਦੇ ਘਰ ਦੇ ਵਿੱਚ ਬੈਠੇ ਆ। ਦੂਜਾ, ਰਸੋਈ ਦੇ ਵਿੱਚੋਂ ਖਾਣ ਪੀਣ ਵਾਲੀਆਂ ਚੀਜ਼ਾਂ ਗਾਇਬ ਹੋ ਰਹੀਆਂ ਮਹਿੰਗੀਆਂ ਹੋਣ ਕਰਕੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰ ਦੇ ਵਿੱਚ ਮਹਿੰਗਾਈ ਨੇ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੀ ਬੇਮੌਸਮੀ ਬਾਰਿਸ਼ ਕਰਕੇ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵੱਧ ਗਈਆਂ ਨੇ। ਬਾਜ਼ਾਰਾਂ ਦੇ ਵਿੱਚ ਟਮਾਟਰ 70 ਤੋਂ 80 ਰੁਪਏ ਪ੍ਰਤੀ ਕਿਲੋ ਤੇ ਆਲੂ 45 ਤੋਂ ਲੈ ਕੇ 55 ਰੁਪਏ ਪ੍ਰਤੀ ਕਿਲੋ ਵਿਕ ਰਿਹਾ। ਪਿਆਜ਼ 60-70 ਰੁਪਏ ਕਿਲੋ ਵਿਕ ਰਿਹਾ। ਪਿਆਜ਼ ਪਿਛਲੇ ਸਾਲ ਦੀ ਤਰ੍ਹਾਂ ਖਪਤਕਾਰਾਂ ਦੇ ਹੰਝੂ ਕੱਢ ਰਿਹਾ। ਬਰਸਾਤ ਦੇ ਮੌਸਮ ਵਿੱਚ ਫਸਲਾਂ ਦੇ ਖਰਾਬ ਹੋਣ ਕਰਕੇ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ, ਜੋ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ। ਦੱਸਣਾ ਬਣਦਾ ਹੈ ਕਿ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਨਰਾਤਿਆਂ ਦੇ ਮੌਕੇ ਲੋਕ ਲਸਣ ਤੇ ਪਿਆਜ਼ ਨਹੀਂ ਖਾਂਦੇ, ਜਿਹਦੇ ਕਰਕੇ ਹਾਲੇ ਤੱਕ ਖਪਤ ਘੱਟ ਹੈ। ਪਰ ਇਸ ਖਪਤ ਘਟਣ ਦੇ ਕਰਕੇ ਵੀ ਕੋਈ ਕੀਮਤਾਂ ਦੇ ਵਿੱਚ ਕਟੌਤੀ ਨਹੀਂ ਹੋਈ। ਇਹ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੀ ਹੁੰਦਾ ਜਾ ਰਿਹਾ ਤੇ ਨਰਾਤਿਆਂ ਦੇ ਸਮਾਪਤ ਹੋਣ ਤੋਂ ਬਾਅਦ ਇਹ ਵਾਧਾ ਹੋਰ ਹੋਣਾ ਕੁਦਰਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਹਾਂਗੇ ਕਿ ਸਾਲ ਦੇ ਵਿੱਚ 2-2, 3-3 ਵਾਰ ਹਰ ਚੀਜ਼ ਆ ਜਿਹੜੀ ਉਹ ਮਹਿੰਗੀ ਹੁੰਦੀ ਆ, ਹਰ ਸਬਜ਼ੀ ਮਹਿੰਗੀ ਹੁੰਦੀ ਹੈ। ਪਰ ਕਿਸਾਨ ਦੇ ਖੇਤ ਦੇ ਵਿੱਚੋਂ ਉਸੇ ਭਾਅ ਦੇ ਉੱਤੇ ਨਿਕਲਦੀ ਹੈ ਜਿਹੜਾ ਭਾਅ 4 ਸਾਲ ਪਹਿਲਾਂ ਹੁੰਦਾ, 3 ਸਾਲ ਪਹਿਲਾਂ ਹੁੰਦਾ, 3 ਮਹੀਨੇ ਪਹਿਲਾਂ ਹੁੰਦਾ। ਦੁੱਖ ਇਸੇ ਗੱਲ ਦਾ ਹੁੰਦਾ ਵੀ ਕਿਸਾਨੀ ਆ ਜਿਹੜੀ ਉਹ ਖੇਤੀ ਕਰਮਾਂ ਛੇਤੀ ਆਪਾਂ ਇਹ ਗੱਲ ਕਹਿੰਦੇ ਆ। ਜਦੋਂ ਮੀਂਹ ਪੈ ਜਾਂਦਾ ਕਿਸਾਨ ਬਰਬਾਦ, ਸੋਕਾ ਪੈ ਜੇ ਤਾਂ ਵੀ ਕਿਸਾਨ ਬਰਬਾਦ ਤੇ ਉਹਨਾਂ ਦਾ ਨੁਕਸਾਨ ਹੁੰਦਾ ਤੇ ਮੰਡੀ ਨਾਲ ਜੁੜੇ ਹੋਏ ਲੋਕਾਂ ਦਾ ਲਾਭ ਹੁੰਦਾ, ਕਿਉਂਕਿ ਉਹ ਕਹਿ ਦਿੰਦੇ ਆ ਵੀ ਚੀਜ਼ ਦੀ ਕਿੱਲਤ ਹੈ ਜਾਂ ਕਿੱਲਤ ਪੈਦਾ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ, ਤਾਂ ਜੋ ਜਿਹੜੀ ਚੀਜ਼ ਸਟੋਰ ਕੀਤੀ ਆ ਉਹਦੀ ਕੀਮਤ ਦੁੱਗਣੀ, ਤਿੱਗਣੀ, ਚੌਗਣੀ ਕਰਕੇ ਵੇਚੀ ਜਾਵੇ। ਜਿਹੜੇ ਦੇਸ਼ ਦੇ ਵਿੱਚ ਅਸੀਂ ਇਹਨਾਂ ਕੀਮਤਾਂ ਨੂੰ ਠੱਲ ਨਹੀਂ ਪਾ ਸਕਦੇ, ਜਿੱਥੇ ਅਸੀਂ ਜਿਹੜੇ ਲੋਟੂ ਲੋਕ ਆ ਜਿਹੜੇ ਕਿ ਵਪਾਰ ਦੇ ਨਾਲ ਜੁੜੇ ਹੋਏ ਆ, ਇਹ ਸਾਰੇ ਕੁਝ ਬਲੌਕ ਕਰਕੇ ਰੱਖਦੇ ਆ, ਜਿਹੜੇ ਜਮਾਖੋਰੀ ਕਰਦੇ ਆ, ਉਹਨਾਂ ਨੂੰ ਨੱਥ ਨਹੀਂ ਪਾ ਸਕੇ ਤੇ ਅਸੀਂ ਹੋਰ ਕਿਹੜੇ ਲੋਕਾਂ ਦੇ ਨਾਲ ਲੜਨਾ।
ਅਸੀਂ ਕਿਹੜੇ ਲੋਕਾਂ ਨਾਲ ਲੜਾਈ ਲੜਨ ਦੀ ਗੱਲ ਕਰਦੇ ਹਾਂ। ਮੈਂ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ ਵੀ ਬਾਕੀ ਤਾਂ ਦੇਸ਼ਾਂ ਦੇ ਵਿੱਚ ਇਹ ਹੁੰਦਾ ਵੀ ਜਦੋਂ ਸੰਕਟ ਆਇਆ ਤੇ ਚੀਜ਼ਾਂ ਸਸਤੀਆਂ ਹੋ ਜਾਂਦੀਆਂ, ਪਰ ਭਾਰਤ ਦੇ ਵਿੱਚ ਸੰਕਟ ਮਗਰੋਂ ਆਉਂਦਾ ਚੀਜ਼ਾਂ ਪਹਿਲਾਂ ਮਹਿੰਗੀਆਂ ਹੋ ਜਾਂਦੀਆਂ। ਭਾਰਤ ਦੇ ਵਿੱਚ ਸੰਕਟ ਦੀ ਉਡੀਕ ਕੀਤੀ ਜਾਂਦੀ ਹੈ ਵੀ ਕਿਤੇ ਮੀਂਹ ਪੈ ਜੇ, ਫਸਲਾਂ ਬਰਬਾਦ ਹੋ ਜਾਣ, ਆਪਾਂ ਚੀਜ਼ ਦਾ ਰੇਟ ਚੱਕ ਦਈਏ। ਲੋਕਾਂ ਦਾ ਕਸੂਰ ਕੋਈ ਨਹੀਂ। ਜਿਹੜੇ ਲੋਕਾਂ ਦੀ ਜੇਬ ਦੇ ਵਿੱਚ ਦੁੱਕੀ ਨਹੀਂ ਰਹੀ ਕੰਮ ਛੁੱਟਣ ਕਰਕੇ, ਉਹ ਬੰਦਾ ਆਪਦੀ ਰਸੋਈ ਨੂੰ ਤੋਰੂਗਾ ਕਿਵੇਂ, ਚੁੱਲ੍ਹੇ ਦੇ ਵਿੱਚ ਅੱਗ ਕਿਵੇਂ ਬਾਲੂਗਾ, ਸਵਾਲ ਇਹ ਪੈਦਾ ਹੁੰਦਾ। ਪਰ ਇਹਦੇ ਉੱਤੇ ਫਿਕਰ ਕਰਨ ਵਾਲਾ ਕੋਈ ਵੀ ਨਹੀਂ। ਸਰਕਾਰ ਬੇਲਗਾਮ ਕੀਮਤਾਂ ਦੇ ਉੱਤੇ ਹੱਸਦੀ ਹੈ। ਕਦੇ ਖੰਡ ਦੀ ਕੀਮਤ ਵੱਧ ਜਾਂਦੀ ਹੈ, ਕਦੇ ਕਿਸੇ ਚੀਜ਼ ਦੀ ਕੀਮਤ ਵੱਧ ਜਾਂਦੀ ਹੈ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਬਾਰੇ ਜਾਣ ਕੇ ਵੀ ਭਾਰਤ ਦੇ ਵਿੱਚ ਬਣੂਗਾ ਕੀ, ਗਰੀਬ ਬੰਦਾ ਇੱਥੇ ਆਉਂਦੇ ਸਮੇਂ ਦੇ ਵਿੱਚ ਰਹੂਗਾ ਕਿਵੇਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।